ਸਤਿਗੁਰਾਂ ਦੀ ਮਹਾਨ ਬਖਸ਼ਿਸ਼, ਰਹਿਮਤ, ਕਿਰਪਾ ਦਾ ਸਦਕਾ ਆਪਾਂ ਨੂੰ ਹਰ ਰੋਜ਼ ਹੀ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਬੈਠ ਕੇ ਇਸ ਸਮੇਂ ਜੋ ਇਤਿਹਾਸ ਸਾਹਿਬਾਂ ਦਾ ਚੱਲ ਰਿਹਾ ਹੈ, ਇਤਿਹਾਸਕ ਕਥਾ ਜੋ ਉਹ ਸਰਵਣ ਕਰਨ ਦਾ ਸੁਭਾਗ ਮਿਲਦਾ ਹੈ। ਆਪ ਜੀ ਨੇ ਪਿੱਛੇ ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਜਿਵੇਂ ਆ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਸੇਵਾ ਕੀਤੀ, ਜੋ ਸਤਿਗੁਰੂ ਜੀ ਦੇ ਪਾਸੋਂ ਪ੍ਰਸ਼ਨ ਪੁੱਛੇ ਉਹਨਾਂ ਦੇ ਜਵਾਬ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਦਿੱਤੇ ਹਨ ਉਹ ਆਪ ਜੀ ਨੇ ਸਰਵਣ ਕੀਤੇ। ਕੱਲ੍ਹ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ, ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਪਦੇਸ਼ ਦੇ ਕੇ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਪਾਵਨ ਜੋ ਸਰੂਪ ਹੈ ਉਹ ਪ੍ਰਗਟ ਕਰਕੇ ਦਿਖਾਇਆ ਹੈ। ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਰਮਾਤਮਾ ਸਰੂਪ ਜਾਣ ਕੇ ਵਡਿਆਈ ਮਹਿਮਾ ਜਿਵੇਂ ਕੀਤੀ ਹੈ ਉਹ ਆਪ ਜੀ ਨੇ ਕਵੀ ਸੰਤੋਖ ਸਿੰਘ ਜੀ ਵੱਲੋਂ ਲਿਖਾਇਆ ਹੋਇਆ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਬਚਨ ਕਹਿੰਦੇ ਨੇ, ਗੁਰੂ ਨਾਨਕ ਦੇਵ ਗੋਬਿੰਦ ਰੂਪ ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਹਨ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹਨ। ਇਹ ਸਾਰੇ ਉਪਦੇਸ਼ ਨੂੰ ਧਿਆਨ ਵਿੱਚ ਰੱਖ ਕਰਕੇ ਸਤਿਗੁਰਾਂ ਦੀ ਮਹਿਮਾ ਵਡਿਆਈ ਜਿਹੜੀ ਹੈ ਇੱਥੇ ਆਪ ਜੀ ਨੂੰ ਦਰਸਾਈ ਗਈ ਹੈ। ਜਿਸ ਤਰ੍ਹਾਂ ਹੁਣ ਇਸ ਕਲਯੁਗ ਦੇ ਵਿੱਚ, ਇਸ ਸਮੇਂ ਦੇ ਵਿੱਚ ਅੰਦਰ ਬ੍ਰਹਮ ਗਿਆਨ ਤੇ ਬਾਹਰੋਂ ਭਾਵ ਭਗਤੀ ਵਾਲੇ ਲੱਛਣ, ਭਾਵ ਭਗਤੀ ਵਾਲੀਆਂ ਗੱਲਾਂ, ਭਾਵ ਭਗਤੀ ਵਾਲਾ ਜੀਵਨ ਜਿਵੇਂ ਬਤੀਤ ਕਰਨਾ ਹੈ ਉਹ ਉਪਦੇਸ਼ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦ੍ਰਿੜ ਕਰਾ ਰਹੇ ਹਨ। ਆਓ ਸਾਰੇ ਹੀ ਪਿਆਰਿਓ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਆਪਾਂ ਨੂੰ ਹਾਜ਼ਰੀਆਂ ਭਰਨ ਦਾ ਸੁਭਾਗ ਮਿਲ ਰਿਹਾ ਹੈ। ਅਤੇ ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਧਿਆਨ, ਸਾਡਾ ਮਨ ਸਤਿਗੁਰੂ ਜੀ ਦੀ ਪਾਵਨ ਕਥਾ ਵਿੱਚ, ਸਤਿਗੁਰੂ ਦੀ ਹਾਜ਼ਰੀ ਵਿੱਚ ਰਵੇ। ਇਸ ਵਾਸਤੇ ਬੇਨਤੀ ਕਰਦੇ ਹੋਏ ਸਾਹਿਬਾਂ ਦੇ ਚਰਨਾਂ ਵਿੱਚ ਪਿਆਰ ਨਾਲ ਗੱਜ ਕੇ ਬੁਲਾਓ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹੇ ਪੁਰਖਾ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਹਿੰਦੇ ਹਨ ਕਿ ਤੁਹਾਨੂੰ ਹੁਣ ਪੂਰਨ ਗਿਆਨ ਹੋ ਗਿਆ ਹੈ। ਜਿਹੜੀ ਦੁਐਤ ਭਾਵਨਾ ਹੈ, ਦੁਐਤ ਜਿਹੜੀ ਹੈ ਆ ਸੰਸਾਰ ਹੈ, ਇਹ ਮੇਰਾ, ਇਹ ਤੇਰਾ, ਇਹ ਦੁਸ਼ਮਣੀ ਮਿੱਤਰਤਾ ਹੈ, ਇਹਨੂੰ ਸਾਰੇ ਨੂੰ ਦੁਐਤ ਕਹਿੰਦੇ। ਤੇ ਜਿਹੜਾ ਸੰਸਾਰ ਦਾ ਹੈ, ਸੰਸਾਰ ਦਾ ਵਿਹਾਰ, ਜਿਹੜੀ ਦੁਐਤ ਹੈ ਇਹ ਸਾਰੀ ਹਿਰਦੇ ਵਿੱਚੋਂ ਭੁੱਲ ਗਈ ਹੈ। ਸਾਰੀਆਂ ਸ਼ਕਤੀਆਂ ਹੀ ਤੈਨੂੰ ਪ੍ਰਾਪਤ ਹੋ ਗਈਆਂ ਹਨ। ਹੁਣ ਕੋਈ ਵੀ ਦੇਰੀ ਨਹੀਂ ਹੈ, ਜੋ ਤੁਸੀਂ ਮਨ ਵਿੱਚ ਫੁਰਨਾ ਕਰੋਗੇ ਉਹ ਹੋ ਜਾਵੇਗਾ। ਤਾਂ ਵੀ ਜੋ ਗੁਰੂ ਘਰ ਦੀ ਮੱਤ ਹੈ, ਜੋ ਸਾਡਾ ਸਿਧਾਂਤ ਹੈ, ਜੋ ਸਾਡੀ ਗੁਰਮਤ ਮਰਿਆਦਾ, ਜਿਸ ਨੂੰ ਅਸੀਂ ਦ੍ਰਿੜ ਕਰਾਉਣਾ ਚਾਹੁੰਦੇ ਹਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਪੁਰਖਾ ਸੁਣਨਾ ਕਰ। ਤੇ ਹਿਰਦੇ ਵਿੱਚ ਇਹ ਜਿਹੜੀ ਮੱਤ ਹੈ ਨਾ, ਇਹ ਚੰਗੀ ਤਰੀਕੇ ਨਾਲ, ਪਕਿਆਈ ਦੇ ਨਾਲ ਆਪਣੇ ਹਿਰਦੇ ਵਿੱਚ ਦ੍ਰਿੜ ਕਰ ਲਵੋ। ਹੁਣ ਕਲਯੁਗ ਦਾ ਸਮਾਂ ਜਿਹੜਾ ਬੜਾ ਪ੍ਰਬਲ ਹੈ, ਭਾਵ ਬਹੁਤ ਜ਼ਿਆਦਾ ਸਹਿਤ ਬਲ ਦੇ ਹੈ। ਇਹ ਆਪਣੇ ਜਿਹੜਾ ਫੌਜਾਂ ਇਹਦੀਆਂ ਜਿਹੜੀਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਚੁਗਲੀ, ਵਕੀਲੀ, ਇਹਨਾਂ ਦੇ ਸਮੇਤ ਜਿਹੜਾ ਕਲਯੁਗ ਹੈ ਬੜਾ ਬਲ ਵਾਲਾ ਹੈ। ਸੰਸਾਰ ਵਿੱਚ ਬਹੁਤ ਜ਼ਿਆਦਾ ਮੰਦੀ ਮੱਤ ਵਾਲੇ ਮਨੁੱਖ ਹਨ।
ਮੁਕਤੀ ਦਾਤਾ ਪਰਮਾਤਮਾ ਦਾ ਗਿਆਨ ਹੈ ਹਿਰਦੇ ਵਿੱਚ ਹੋਣਾ। ਅਹੰਗ ਬ੍ਰਹਮ, ਕਿ ਮੈਂ ਪਰਮਾਤਮਾ ਦਾ ਰੂਪ ਹਾਂ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਆ ਨਾ, ਮਨ ਤੂੰ ਜੋਤ ਸਰੂਪ ਹੈ। ਇਹ ਮਨਾ ਤੂੰ ਪਰਮਾਤਮਾ ਦਾ ਹੀ ਰੂਪ ਹੈ। ਇਹਨੂੰ ਸੰਸਕ੍ਰਿਤ ਵਿੱਚ ਕਿਹਾ ਜਾਂਦਾ ਹੈ, ਸਾਮ ਵੇਦ ਦੇ ਵਿੱਚ, ਅਹੰਗ ਬ੍ਰਹਮ ਅਸਮੀ, ਮੈਂ ਪਰਮਾਤਮਾ ਦਾ ਹੀ ਰੂਪ ਹਾਂ। ਇਹ ਜਿਹੜਾ ਅਹੰਗ ਬ੍ਰਹਮ ਹੈ, ਇਹ ਜਿਹੜਾ ਮਨ ਦਾ ਕਿ ਜੋਤ ਸਰੂਪ ਜੋ ਬ੍ਰਹਮ ਹੈ, ਤੇ ਉਸ ਸਰੂਪ ਦਾ ਹਿਰਦੇ ਵਿੱਚ ਜੋ ਪ੍ਰਗਟ ਹੁੰਦਾ ਹੈ ਬ੍ਰਹਮ ਗਿਆਨ, ਪਰਮਾਤਮਾ ਦਾ ਰੂਪ ਜੋ ਹਿਰਦੇ ਦੇ ਵਿੱਚ ਹੈ, ਜਦੋਂ ਉਹਨੂੰ ਜਾਣ ਲਈਦਾ ਹੈ। ਜਿਵੇਂ ਹੁਣ ਸਾਧ ਸੰਗਤ ਜੀ ਹੱਥ ਦੇ ਵਿੱਚ ਕੜਾ ਪਾਇਆ ਹੋਵੇ ਸੋਨੇ ਦਾ, ਤੇ ਉੱਪਰ ਆਪਣੀ ਆ ਜਿਹੜੀ ਬਾਂਹ ਹੈ ਕੱਪੜੇ ਦੀ, ਇਹ ਉੱਪਰ ਆ ਜਾਵੇ ਇਹਦੇ। ਹੁਣ ਕੜਾ ਤੇ ਪਾਇਆ, ਉਹ ਥੋੜਾ ਜਿਹਾ ਤਾਂ ਚੜ ਗਿਆ ਉੱਪਰ, ਕੱਪੜਾ ਆ ਗਿਆ ਹੈ ਉਹਦੇ। ਹੁਣ ਜੇ ਕੋਈ ਰੌਲਾ ਪਾਈ ਜਾਵੇ ਕਿ ਮੇਰਾ ਕੜਾ ਸੋਨੇ ਦਾ ਗਵਾਚ ਗਿਆ, ਮੇਰਾ ਸੋਨੇ ਦਾ ਕੜਾ ਗਵਾਚ ਗਿਆ, ਅਸਲ 'ਚ ਗਵਾਚਾ ਨਹੀਂ ਹੈ, ਉਹ ਕੱਪੜੇ ਦੇ ਥੱਲੇ ਹੈ। ਹੁਣ ਜੇ ਕੱਪੜਾ ਹਟਾਵਾਂਗੇ ਥੱਲਿਓਂ ਸੋਨੇ ਦਾ ਕੜਾ ਨਿਕਲ ਆਉਣਾ ਹੈ। ਜਿਸ ਤਰ੍ਹਾਂ ਕੋਈ ਮਨੁੱਖ ਭੁੱਲ ਕਰਕੇ ਕਵੇ ਮੇਰਾ ਕੜਾ ਗਵਾਚ ਗਿਆ, ਇਸੇ ਤਰ੍ਹਾਂ ਆਪਾਂ ਕਹੀਏ ਕਿ ਮੇਰੇ ਅੰਦਰੋਂ ਰੱਬ ਗਵਾਚ ਗਿਆ। ਇਹੋ ਹਾਲਤ ਸਾਡੀ, ਮੋਹ ਮਮਤਾ ਦਾ ਪਰਦਾ ਪਿਆ ਹੋਇਆ ਹੈ। ਅੰਦਰ ਤਾਂ ਉਹ ਸਰੂਪ ਹੈ, ਉਹ ਸਰੂਪ ਪ੍ਰਗਟ ਹੁੰਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਦੇ ਨਾਲ। ਪੁਰਾਤਨ ਸਮਿਆਂ ਵਿੱਚ ਇਹੋ ਹੀ ਦ੍ਰਿੜ ਕਰਾਇਆ ਜਾਂਦਾ ਸੀ ਕਿ ਤੂੰ ਪਰਮਾਤਮਾ ਦਾ ਰੂਪ ਹੈ। ਭਾਵ ਭਗਤੀ ਨਾਲ ਨਹੀਂ ਸੀ ਦਿੱਤੀ ਜਾਂਦੀ। ਇਸ ਵਾਸਤੇ ਬੰਦਾ ਹੰਕਾਰੀ ਹੋ ਜਾਂਦਾ ਸੀ ਕਿ ਜਦੋਂ ਮੈਂ ਰੱਬ ਦਾ ਹੀ ਰੂਪ ਹਾਂ ਤਾਂ ਮੈਨੂੰ ਕਿਉਂ ਕੁਝ ਵੀ ਕਰਨ ਦੀ ਕੀ ਲੋੜ ਪਈ ਹੈ, ਮੈਨੂੰ ਸੇਵਾ ਸਿਮਰਨ ਕਿਸੇ ਦੇ ਅੱਗੇ ਝੁਕਣ ਦੀ ਲੋੜ ਹੀ ਕੀ ਜਦੋਂ ਮੈਂ ਰੱਬ ਹੀ ਹਾਂ। ਇਹ ਔਗਣ ਆ ਜਾਂਦਾ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਔਗਣ ਨੂੰ ਦੂਰ ਕਰਨ ਵਾਸਤੇ ਮਹਾਰਾਜ ਜੀ ਕਹਿ ਰਹੇ ਨੇ, ਜਿਸ ਤਰ੍ਹਾਂ ਮਰਿਆਦਾ ਪ੍ਰਗਟ ਕਰਨੀ ਹੈ, ਕਹਿੰਦੇ ਕਿ ਇਸ ਤਰੀਕੇ ਨਾਲ ਸਮਝ ਜੋ ਸਦਾ ਹੀ ਆਨੰਦ ਸਰੂਪ ਪਰਮਾਤਮਾ ਹੈ, ਉਹ ਚੰਗੀ ਤਰੀਕੇ ਨਾਲ ਆਪਣੇ ਹਿਰਦੇ ਦੇ ਵਿੱਚ ਉਸ ਦਾ ਆਨੰਦ ਮੰਨਣਾ ਹੈ, ਆਪਣੇ ਅੰਦਰ ਉਸ ਆਨੰਦ ਨੂੰ ਭੋਗਣਾ ਹੈ। ਤੇ ਕਦੀ ਵੀ ਮੁੱਖ ਤੋਂ ਨਹੀਂ ਕਹਿਣਾ ਕਿ ਮੈਂ ਬ੍ਰਹਮ ਗਿਆਨੀ ਹਾਂ, ਮੈਨੂੰ ਬ੍ਰਹਮ ਦਾ ਆਨੰਦ ਪ੍ਰਾਪਤ ਹੋਇਆ ਹੈ, ਮੈਂ ਰੱਬ ਦਾ ਹੀ ਰੂਪ ਹਾਂ, ਆਪਣੇ ਮੁੱਖੋਂ ਨਹੀਂ ਕਹਿਣਾ। ਤੇ ਬੋਲਣਾ ਕੀ ਹੈ? ਹਮੇਸ਼ਾ ਪ੍ਰੇਮਾ ਭਗਤੀ ਦੀ ਰੀਤੀ। ਮੈਂ ਦਾਸ ਹਾਂ, ਸੰਗਤਾਂ ਦਾ ਸੇਵਕ ਹਾਂ, ਸੇਵਾ ਵੀ ਕਰਨੀ ਹੈ ਤੇ ਸੇਵਕ ਅਖਵਾਉਣਾ ਹੈ। ਤੇ ਬਹੁਤ ਪ੍ਰੀਤੀ ਦੇ ਨਾਲ, ਪ੍ਰੇਮ ਦੇ ਨਾਲ ਕਥਾ ਜਾਂ ਕੀਰਤਨ ਬੈਠ ਕਰਕੇ ਪਿਆਰ ਦੇ ਨਾਲ, ਭਾਵਨਾ ਨਾਲ ਸਤਸੰਗਤ ਕਰਨੀ ਹੈ। ਆਪਣੇ ਆਪ ਨੂੰ ਕਦੀ ਵੀ ਜਣਾਉਣਾ ਨਹੀਂ ਕਿ ਮੈਂ ਗਿਆਨੀ ਹਾਂ, ਮੈਂ ਗਿਆਨਵਾਨ ਹਾਂ। ਤੇ ਦਿਨ ਰਾਤ ਗੁਰੂ ਦੀ ਸੇਵਾ ਕਰਦਿਆਂ, ਸਿਮਰਨ ਕਰਦਿਆਂ ਬਤੀਤ ਕਰਨਾ ਹੈ। ਇਹ ਕੰਮ ਕਰਨੇ ਆ, ਉਹ ਕਰਤੱਵ ਕਰਨੇ ਆ ਜਿਨ੍ਹਾਂ ਨੂੰ ਸਾਰੇ ਮਨੁੱਖ ਦੇਖਦੇ ਆ। ਹੁਣ ਕੋਈ ਸੇਵਾ ਕਰਦਾ ਹੈ, ਆਪਾਂ ਦੇਖਦੇ ਹਾਂ, ਭਾਂਡੇ ਮਾਂਜਦਾ ਹੈ, ਜੋੜੇ ਝਾੜਦਾ ਹੈ, ਲੰਗਰ ਦੇ ਵਿੱਚ ਲੰਗਰ ਪ੍ਰਸ਼ਾਦਾ ਵਰਤਾਉਂਦੇ ਨੇ ਜਾਂ ਪਕਾਉਂਦੇ ਨੇ, ਉਹਨਾਂ ਨੂੰ ਤੇ ਆਪਾਂ ਅੱਖਾਂ ਨਾਲ ਦੇਖਦੇ ਹਾਂ ਨਾ। ਹੁਣ ਮੰਨ ਲਓ ਜੇ ਕੋਈ ਗੁਰਦੁਆਰੇ ਸਾਹਿਬ ਬੈਠਾ ਹੈ, ਸਾਰੀ ਦਿਹਾੜੀ ਬੈਠਾ ਹੈ, ਤੇ ਅੰਦਰ ਭਾਵੇਂ ਸਿਮਰਨ ਕਰਦਾ ਹੋਵੇ, ਬੋਲਣ ਨਾ ਹਿਲਦੇ ਹੋਣ, ਕਿਸੇ ਨੇ ਤਾਂ ਨਹੀਂ ਨਾ ਦੇਖ ਲੈਣਾ, ਕਿਸੇ ਨੂੰ ਕੀ ਪਤਾ ਉਹਦਾ। ਇਸ ਵਾਸਤੇ ਬਾਹਰੋਂ ਸੇਵਾ ਵੀ ਕਰਨੀ ਹੈ, ਸਿਮਰਨ ਵੀ ਕਰਨਾ, ਤਾਈਓ ਸੰਗਤੀ ਰੂਪ ਵਿੱਚ ਉੱਚੀ ਬੁਲਾ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰੀਦਾ। ਬਾਣੀ ਪੜ੍ਹਨੀ ਹੈ, ਕਥਾ ਕੀਰਤਨ ਬਹਿ ਕੇ ਸੁਣਨਾ ਹੈ, ਤਾਂ ਕਿ ਦੂਸਰਿਆਂ ਨੂੰ ਵੇਖ ਕੇ ਵੀ ਆਵੇ ਕਿ ਜੇ ਇਹ ਇੰਨੀ ਬੰਦਗੀ ਵਾਲੇ ਕਥਾ ਕੀਰਤਨ ਸੁਣਦੇ ਆ ਤੇ ਸਾਨੂੰ ਕਿਉਂ ਨਹੀਂ ਸੁਣਨਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਬਾਹਰੋਂ ਉਹ ਕਰਤੱਵ ਕਰਨੇ ਹੈ ਭਲੇ, ਸਤਸੰਗਤ ਦੀ ਸੇਵਾ ਕਰਨੀ ਹੈ ਪਿਆਰ ਦੇ ਨਾਲ, ਜਿਸ ਨੂੰ ਸਾਰੇ ਦੇਖਦੇ ਹਨ, ਤੇ ਜਿਸ ਨੂੰ ਦੇਖ ਕੇ ਕਰਨ ਲੱਗ ਪੈਂਦੇ ਹੋਰ ਵੀ, ਜਿਸ ਕਰਕੇ ਬਹੁਤਾ ਭਲਾ ਹੋਵੇਗਾ। ਤੇ ਸਾਰਿਆਂ ਤੋਂ ਨੀਵਾਂ ਆਪਣੇ ਆਪ ਨੂੰ ਸਮਝਣਾ ਹੈ, ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾਂ ਅਖਵਾਉਣਾ ਹੈ। ਹਿਰਦੇ ਦੇ ਵਿੱਚ ਕਦੀ ਵੀ ਹੰਕਾਰ ਨਹੀਂ ਲਿਆਉਣਾ।
ਤੇ ਜੇ ਕੋਈ ਬ੍ਰਹਮ ਗਿਆਨੀ ਵੀ ਹੈ, ਆਪਣੇ ਅੰਦਰ ਬ੍ਰਹਮ ਸਰੂਪ ਨੂੰ ਤੱਕਦਾ ਹੈ, ਹੁਣ ਮਹਾਰਾਜ ਜੀ ਇਹਦਾ ਨੁਕਸਾਨ ਦੱਸਦੇ ਆ ਕਿ ਜੇ ਆਪਣੇ ਆਪ ਨੂੰ ਕੋਈ ਬ੍ਰਹਮ ਗਿਆਨੀ ਹੋ ਕੇ ਕਵੇ ਕਿ ਮੈਂ ਬ੍ਰਹਮ ਗਿਆਨੀ ਹਾਂ, ਝੂਠ ਤੇ ਕੋਈ ਗੱਲ ਨਹੀਂ ਇਹ 'ਚ, ਪਰ ਇਹਦਾ ਨੁਕਸਾਨ ਕੀ ਹੋਏਗਾ। ਹੁਣ ਮੰਨ ਲਓ ਕਿਸੇ ਗੁਰਮੁਖ ਦੇ ਕੋਲ 1 ਕਰੋੜ ਰੁਪਈਆ ਹੈ, ਜੋ ਕਹਿੰਦਾ ਮੇਰੇ ਕੋਲ ਕਰੋੜ ਰੁਪਈਆ ਹੈਗਾ, ਤੇ ਇਹ 'ਚ ਨੁਕਸਾਨ ਕੀ ਉਹਦਾ। ਝੂਠ ਤੇ ਉਹ ਬੋਲਦਾ ਨਹੀਂ, ਸੱਚ ਹੈ। ਹੁਣ ਜਿਹਦੇ ਕੋਲ ਨਹੀਂ, ਤੇ ਜੇ ਉਹ ਕਹਿੰਦਾ ਤੇ ਪਖੰਡ ਹੈ, ਉਹ ਫਿਰ ਐਬ ਹੈ। ਇਸੇ ਤਰ੍ਹਾਂ ਮੈਂ ਸਮਝਣ ਵਾਸਤੇ ਕੇਵਲ ਐਗਜ਼ਾਮਪਲ ਦਿੱਤਾ ਹੈ। ਜੇ ਕੋਈ ਬ੍ਰਹਮ ਗਿਆਨੀ ਹੋ ਜਾਵੇ, ਹਿਰਦੇ ਵਿੱਚ ਵੀ ਪਰਮਾਤਮਾ ਦਾ ਰੂਪ ਦਿਖਾਈ ਦਿੰਦਾ ਹੈ, ਤੇ ਬਾਹਰੋਂ ਵੀ ਜੋ ਦਿਸੈ ਸੋ ਤੇਰਾ ਰੂਪ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਕਿ ਜਿਸ ਤਰ੍ਹਾਂ ਮਾਲਾ ਦੇ ਵਿੱਚ ਕੋਈ ਕਾਲਾ, ਕੋਈ ਚਿੱਟਾ, ਕੋਈ ਪੀਲਾ, ਕੋਈ ਨੀਲਾ, ਵੱਖੋ ਵੱਖਰਾ ਤਰ੍ਹਾਂ ਦੇ ਮੋਤੀ, ਤੇ ਪਰ ਧਾਗਾ ਤਾਂ ਇੱਕ ਹੀ ਹੈ ਨਾ। ਇਸ ਤਰ੍ਹਾਂ ਸਾਰਿਆਂ ਵਿੱਚ, ਬੰਦਿਆਂ ਵਿੱਚ, ਬੀਬੀਆਂ ਵਿੱਚ, ਬੱਚਿਆਂ ਵਿੱਚ, ਪਸ਼ੂਆਂ ਵਿੱਚ, ਦੁਸ਼ਮਣ ਵਿੱਚ, ਮਿੱਤਰ ਵਿੱਚ, ਹਰ ਵਿੱਚ ਪਰਮਾਤਮਾ ਹੀ ਜਿਹਨੂੰ ਦਿਖਾਈ ਦਿੰਦਾ। ਜੇ ਉਹ ਕਹਿ ਦਵੇ ਕਿ ਮੈਨੂੰ ਪਰਮਾਤਮਾ ਹੀ ਦੀਦਾ, ਇਹ 'ਚ ਝੂਠ ਤਾਂ ਕੋਈ ਨਹੀਂ ਹੈ, ਪਰ ਇਹਦਾ ਨੁਕਸਾਨ ਕੀ ਹੋਏਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਹਨ, ਤੇ ਮਹਾਰਾਜ ਕਹਿੰਦੇ ਜਿਹੜੇ ਕਲਯੁਗ ਦੇ ਸਮੇਂ ਦੇ ਮਨੁੱਖ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਭਲਾਈ ਨਹੀਂ ਹੈ, ਚੰਗਿਆਈ ਨਹੀਂ ਹੈ, ਹਿਰਦਾ ਪਵਿੱਤਰ ਨਹੀਂ ਹੈ, ਤੇ ਸੁਣ ਕੇ ਉਹ ਵੀ ਕਹਿਣ ਲੱਗ ਪੈਣਗੇ ਕਿ ਮੈਂ ਵੀ ਰੱਬ ਦਾ ਹੀ ਰੂਪ ਹਾਂ, ਮੇਰੇ ਅੰਦਰ ਵੀ ਰੱਬ ਦੀ ਜੋਤ ਹੈ, ਪਰਮਾਤਮਾ ਦੀ ਚੇਤਨ ਸੱਤਾ ਹੈ। ਜਿਸ ਤਰੀਕੇ ਨਾਲ ਗੁਰੂ ਸਾਹਿਬ ਕਹਿਣ ਜਾਂ ਬ੍ਰਹਮ ਗਿਆਨੀ ਕੋਈ ਕਵੇ, ਪਰ ਉਹਨਾਂ ਦੀ ਰੀਤੀ, ਉਹਨਾਂ ਦੀ ਸੰਸਾਰ ਵਿੱਚ ਚੱਲਣ ਦੀ ਜਿਹੜੀ ਮਰਿਆਦਾ ਹੈ, ਰੀਤੀ ਹੈ, ਉਹ ਘੁਟਾਲੀ, ਖੋਟੀ ਹੈ। ਯਾਨੀ ਕਿ ਕਿਸੇ ਨਾਲ ਝੂਠ ਬੋਲਣਾ, ਠੱਗੀਆਂ ਮਾਰਨੀਆਂ, ਬੇਈਮਾਨੀਆਂ ਕਰਨੀ। ਹੁਣ ਬੰਦਾ ਆਪਣੇ ਨਾਲ ਤੇ ਕਦੀ ਵੀ ਧੋਖਾ ਨਹੀਂ ਨਾ ਕਰਦਾ, ਤੇ ਜੇ ਸਾਰੇ ਹੀ ਰੱਬ ਦਾ ਰੂਪ ਹੈ, ਤੇ ਫਿਰ ਦੂਸਰੇ ਨਾਲ ਧੋਖਾ ਕਿਉਂ। ਮਹਾਰਾਜ ਕਹਿੰਦੇ ਜੇ ਕੇਵਲ ਮੂੰਹੋਂ ਹੀ ਕਹਿਣ ਲੱਗ ਪੈਣਗੇ ਜਿਹੜੇ ਬ੍ਰਹਮ ਗਿਆਨੀ ਹੈ, ਜਿਹੜੇ ਗੁਰੂ ਸਾਹਿਬ ਜੇ ਆਪਣੇ ਮੂੰਹੋਂ ਹੀ ਕਹਿਣ ਕਿ ਮੈਂ ਤਾਂ ਪਰਮਾਤਮਾ ਦਾ ਰੂਪ ਹਾਂ, ਉਹਨੂੰ ਸੁਣ ਕੇ ਜਿਹੜੇ ਖੋਟੇ ਮਨੁੱਖ ਨੇ ਸੰਸਾਰ ਦੇ, ਉਹ ਵੀ ਉਸੇ ਤਰੀਕੇ ਨਾਲ ਕਹਿਣਗੇ, ਤੇ ਉਹ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਵਿਧੀ ਦੇ ਨਾਲ, ਢੰਗ ਦੇ ਨਾਲ, ਦਲੀਲ ਦੇ ਕੇ ਸਮਝਾਉਂਦੇ ਹਾਂ ਕਿ ਉਹਨਾਂ ਵਾਸਤੇ ਇਹ ਗੱਲ ਕਹਿਣੀ, ਹੰਕਾਰ ਕਰਨਾ ਕਿ ਮੈਂ ਵੀ ਰੱਬ ਦਾ ਹੀ ਰੂਪ ਹਾਂ, ਇਹ ਕਿਸ ਤਰ੍ਹਾਂ ਨੁਕਸਾਨਦਾਇਕ ਹੋਏਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਿਆਦਾ ਦੱਸਦੇ ਹਨ, ਮਹਾਰਾਜ ਕਹਿੰਦੇ ਜਿਹੜਾ ਗਿਆਨ ਹੈ ਨਾ, ਇਹ ਘਿਓ ਵਰਗਾ ਜਾਣ ਲੈਣਾ ਕਰੋ, ਉੱਤਮ ਗਰਵ ਵਿਸ਼ੇਸ਼ ਪ੍ਰਮਾਨ, ਤੇ ਬਹੁਤ ਉੱਤਮ ਹੈ। ਘਿਓ ਬਹੁਤ ਚੰਗਾ ਹੁੰਦਾ ਹੈ ਦੇਸੀ, ਪਰ ਇਹ ਭਾਰਾ ਵੀ ਬਹੁਤ ਜ਼ਿਆਦਾ ਹੁੰਦਾ ਹੈ। ਕਫ ਸੁਭਾਵ ਜਿਨ ਕੇਰ ਮਹਾਨਾ, ਜਿਨ੍ਹਾਂ ਦੇ ਪਹਿਲਾਂ ਹੀ ਬਲਗਮ ਵਾਲਾ ਸੁਭਾਅ ਹੈ, ਯਾਨੀ ਕਿ ਖੰਘ ਲੱਗੀ ਹੈ, ਸਰੀਰ ਦੇ ਵਿੱਚ ਰੇਸ਼ਾ ਕਫ ਬਹੁਤ ਬਣਦੀ ਹੈ, ਤੇ ਨਰ ਕ੍ਰਿਤ ਕਰਹੀ ਜੇ ਪਾਨ, ਤੇ ਜੇ ਉਹ ਮਨੁੱਖ ਘਿਓ ਖਾਣਗੇ, ਪਚੇ ਨਹੀਂ ਸੋ ਕਰਤ ਬਿਕਾਰ, ਤੇ ਉਹ ਘਿਓ ਉਹਨਾਂ ਨੂੰ ਪਚੇਗਾ ਨਹੀਂ। ਜਿਹਦੇ ਸਰੀਰ 'ਚ ਪਹਿਲਾਂ ਹੀ ਬਲਗਮ ਬਣ ਰਹੀ ਹੈ, ਕਫ ਬਣ ਰਹੀ ਹੈ, ਰੇਸ਼ਾ ਹੈ, ਜੇ ਉਹ ਘਿਓ ਖਾਣਗੇ ਤਾਂ ਉਹਨੂੰ ਪਚੇਗਾ ਨਹੀਂ, ਹਜਮ ਨਹੀਂ ਹੋਏਗਾ, ਯਾਨੀ ਕਿ ਸਰੀਰ ਨੂੰ ਤਾਕਤ ਨਹੀਂ ਦੇਵੇਗਾ, ਤੇ ਉਹਦੀ ਛਾਤੀ ਦੀ ਹੋਰ ਬੋਝਲ ਹੋ ਜਾਏਗੀ, ਹੋਰ ਭਾਰੀ ਹੋ ਜਾਏਗੀ, ਉਹਦੇ ਉੱਤੇ ਰੇਸ਼ਾ ਜੰਮ ਜਾਏਗਾ, ਤੇ ਉਹ ਫਿਰ ਹੋਰ ਰੋਗ ਵਧਾਉਣ ਦਾ ਕਾਰਨ ਹੋਏਗਾ। ਘਿਓ ਜਿਹੜਾ ਘਿਓ ਖਾਧਾ ਤੇ ਸਰੀਰ ਦੀ ਤਾਕਤ ਵਾਸਤੇ ਸੀ, ਪਰ ਰੇਸ਼ਾ ਪਹਿਲਾਂ ਹੀ ਬੜਾ ਬਣ ਰਿਹਾ, ਬਿਮਾਰ ਪਹਿਲਾਂ ਹੀ ਹੈ, ਹੁਣ ਘਿਓ ਖਾਏਗਾ ਹੋਰ ਜ਼ਿਆਦਾ ਰੇਸ਼ਾ ਹੋ ਜਾਏਗਾ, ਤੇ ਉਹ ਘਿਓ ਖਾਣ ਕਰਕੇ ਜਿਹਨੂੰ ਖੰਘ ਲੱਗੀ ਹੈ, ਰੇਸ਼ਾ ਬਣਦਾ, ਉਹ ਸੁਖੀ ਨਹੀਂ ਹੋਵੇਗਾ। ਖਾਧਾ ਤਾਂ ਘਿਓ ਤਾਕਤ ਵਾਸਤੇ ਸੀ, ਪਰ ਪੁੱਠਾ ਅਸਰ ਉਹਦਾ ਹੋਇਆ,
ਉਸ ਘਿਓ ਨੇ ਗੁਣ ਨਹੀਂ ਕੀਤਾ, ਸਗੋਂ ਔਗਣ ਕੀਤਾ, ਹੋਰ ਬਿਮਾਰ ਕਰ ਦਿੱਤਾ। ਜਿਨ੍ਹਾਂ ਮਨੁੱਖਾਂ ਦਾ ਪਿੱਤੀ ਸੁਭਾਅ ਹੈ, ਯਾਨੀ ਕਿ ਜਿਨ੍ਹਾਂ ਦੇ ਸਰੀਰ ਵਿੱਚ ਪਹਿਲਾਂ ਹੀ ਗਰਮੀ ਬਹੁਤ ਜ਼ਿਆਦਾ ਹੈ, ਜਿਨ੍ਹਾਂ ਦੇ ਸਰੀਰ ਵਿੱਚ, ਜਿਗਰ ਵਿੱਚ, ਲੀਵਰ 'ਚ ਬਹੁਤ ਜ਼ਿਆਦਾ ਫੀਵਰ ਹੈ, ਗਰਮੀ ਹੈ, ਤੇ ਜੇ ਉਹ ਘਿਓ ਖਾ ਕੇ ਪਚਾਉਣਾ ਚਾਹਣਗੇ ਤੇ ਉਹਨਾਂ ਨੂੰ ਅਤੀਸਾਰ ਲੱਗ ਜਾਣਗੇ, ਲੂਜ਼ ਮੋਸ਼ਨ, ਜਿਹਨੂੰ ਅੱਜ ਕੱਲ੍ਹ ਇੰਗਲਿਸ਼ 'ਚ ਕਹਿ ਦਿੰਦੇ ਆ। ਪੁਰਾਣੇ ਆਪਣੇ ਦਸਤ ਕਹਿ ਦਿੰਦੇ ਹੁੰਦੇ ਸੀ, ਹੁਣ ਲੂਜ਼ ਮੋਸ਼ਨ ਕਹਿ ਦਿੰਦੇ ਆ। ਉਹਨੂੰ ਘਿਓ ਖਾਣ ਕਰਕੇ ਲੂਜ਼ ਮੋਸ਼ਨ ਹੋ ਜਾਣਗੇ। ਤੇ ਜੇ ਕੋਈ ਯਤਨ ਵੀ ਕਰੇਗਾ ਤੇ ਘਿਓ ਖਾ ਪੀਣ ਕਰਕੇ ਉਹ ਮਿਟੇਗਾ ਨਹੀਂ, ਹੋਰ ਜ਼ਿਆਦਾ ਬਿਮਾਰ ਹੋ ਜਾਵੇਗਾ। ਤੇ ਜਿਹੜੇ ਸਿਆਣੇ ਮਨੁੱਖ ਹਨ ਤੇ ਉਹਦਾ ਅਨੁਪਾਨ ਘਿਓ ਕਿਸ ਤਰ੍ਹਾਂ ਖਾਣਾ ਚਾਹੀਦਾ ਹੈ, ਰੇਸ਼ੇ ਵਾਲੇ ਨੂੰ, ਤੇ ਜਿਹਦੇ ਅੰਦਰ ਗਰਮੀ ਪੈ ਗਈ ਹੈ ਉਹਨੂੰ ਘਿਓ ਕਿਸ ਤਰ੍ਹਾਂ ਖਾਣਾ ਚਾਹੀਦਾ ਹੈ, ਇਸ ਦਾ ਅਨੁਪਾਨ ਜਿਹੜਾ ਉਹ ਦੱਸਦੇ ਹਨ। ਤੇ ਹੁਣ ਜੇ ਘਿਓ ਖਾਣਾ ਹੀ ਹੈ, ਜਿਹਨੂੰ ਬਹੁਤ ਖੰਘ ਆਉਂਦੀ, ਰੇਸ਼ਾ ਬਣਦਾ, ਜੇ ਘਿਓ ਖਾਣ ਨੂੰ ਜੀ ਕਰਦਾ, ਉਹ ਕੀ ਕਰੇ, ਕੂਜਾ ਮਿਸ਼ਰੀ ਲੈ ਲਵੇ, ਮਿਸ਼ਰੀ, ਤੇ ਮਹਾਰਾਜ ਕਹਿੰਦੇ ਮਿਸ਼ਰੀ ਵਿੱਚ ਘਿਓ ਮਿਲਾ ਲਵੇ, ਤੇ ਫਿਰ ਉਹ ਸਵਾਦ ਨਾਲ ਖਾਣ। ਇੱਕ ਤਾਂ ਵਿੱਚ ਮਿੱਠਾ ਮਿਲ ਗਿਆ, ਇੱਕ ਘਿਓ ਹੈ, ਸਵਾਦ ਵੀ ਜ਼ਿਆਦਾ ਲੱਗੇਗਾ, ਤੇ ਦੂਸਰਾ ਸਰੀਰ ਸਿਹਤ ਵਾਸਤੇ ਠੀਕ ਰਹੇਗਾ। ਹੁਣ ਇਹ ਦੋਵਾਂ ਵਾਸਤੇ ਹੀ ਠੀਕ ਹੈ। ਜੇ ਕਿਸੇ ਦੇ ਪੇਟ 'ਚ ਗਰਮੀ ਹੈ ਨਾ, ਘਿਓ ਖਾਣਾ ਚਾਹੁੰਦਾ ਹੈ, ਮਿਸ਼ਰੀ ਮਿਲਾ ਕੇ ਖਾਵੇ, ਖੰਡ ਨਹੀਂ। ਖੰਡ ਹੋਰ ਚੀਜ਼ ਹੈ, ਪੂਜਾ ਮਿਸ਼ਰੀ ਹੋਰ ਚੀਜ਼ ਹੁੰਦੀ। ਪੂਜਾ ਮਿਸ਼ਰੀ ਬਹੁਤ ਠੰਡੀ ਹੁੰਦੀ ਹੈ, ਉਹ ਮਿਲਾ ਕੇ ਖਾਵੇ, ਭਾਵੇਂ ਰੇਸ਼ਾ ਹੋਇਆ ਹੈ, ਭਾਵੇਂ ਗਰਮੀ ਅੰਦਰ ਪਈ ਹੋਈ ਹੈ, ਤੇ ਦੋਵਾਂ ਦੀ ਸਿਹਤ ਨੂੰ ਤਾਕਤ ਦੇਵੇਗੀ, ਮਿਸ਼ਰੀ ਵੀ ਤੇ ਘਿਓ ਵੀ। ਹੁਣ ਮਹਾਰਾਜ ਜੀ ਇਹਦਾ ਦ੍ਰਿਸ਼ਟਾਂਤ ਦਾ ਭਾਵ ਦੱਸਦੇ ਆ। ਕਹਿੰਦੇ ਇਸੇ ਤਰ੍ਹਾਂ ਜਿਹੜਾ ਗਿਆਨ ਹੈ ਨਾ, ਉਹ ਘਿਓ ਦੀ ਨਿਆਈ ਹੈ। ਤੇ ਮਹਾਰਾਜ ਕਹਿੰਦੇ ਜਿਸ ਗਿਆਨ ਨੂੰ ਪ੍ਰਾਪਤ ਕਰਕੇ ਨਾ ਬੰਦੇ ਦੀ ਜਿਹੜੀ ਘੁਟਾਲੀ ਖੋਟੀ ਨੀਤੀ ਹੋ ਜਾਂਦੀ ਹੈ। ਆਮ ਤੌਰ 'ਤੇ ਆਪਾਂ ਵੇਖੇ ਹੈ, ਗਿਆਨੀ ਹੋਣ, ਰਾਗੀ ਹੋਣ, ਢਾਡੀ ਹੋਣ, ਕਵੀਸ਼ਰ, ਪ੍ਰਚਾਰਕ, ਇਹਨਾਂ ਪਿਓ ਦੇ ਪੁੱਤਾਂ ਨੇ ਕਦੀ ਕਥਾ ਕੀਰਤਨ ਨਹੀਂ ਸੁਣਨਾ ਬਈ। ਕਥਾ ਕਰਨੀ ਉਸ ਵੇਲੇ ਭੱਜ ਜਾਣਾ, ਕਿਉਂਕਿ ਗਿਆਨ ਹੋ ਗਿਆ ਨਾ। ਹੁਣ ਕਮਾਈ ਕੀਤਿਆਂ ਹੀ ਅੰਦਰ ਬਖਸ਼ਿਸ਼ ਟਿਕਣੀ ਹੈ। ਹੁਣ ਮੈਨੂੰ ਪਤਾ ਲੱਗ ਗਿਆ ਕਿ ਸੇਬ ਬੜਾ ਚੰਗਾ ਹੁੰਦਾ ਹੈ। ਹੁਣ ਜਿੰਨੇ ਚਿਰ ਸੇਬ ਖਾਂਦਾ ਨਹੀਂ, ਗਿਆਨ ਕੀ ਕਰੂਗਾ। ਹੁਣ ਆਪਾਂ ਨੂੰ ਪਤਾ ਹੈ, ਮੈਂ ਕਹਿੰਦਾ ਵੀ ਹਾਂ ਕਿ ਸਤਸੰਗਤ ਕਰਨੀ ਬੜੀ ਚੰਗੀ ਹੈ, ਪਰ ਆਪ ਤੇ ਸਤਸੰਗਤ ਕਰਦੇ ਨਹੀਂ, ਕੇਵਲ ਡਿਊਟੀ ਵੇਲੇ ਅਸੀਂ ਆਉਣਾ। ਜੇ ਅਸੀਂ ਕਥਾ ਕੀਰਤਨ ਨਹੀਂ ਸੁਣਦੇ, ਗਿਆਨੀ, ਰਾਗੀ ਬਹਿ ਕੇ, ਢਾਡੀ, ਪ੍ਰਚਾਰਕ ਜਿਹੜੇ, ਤੇ ਫਿਰ ਦੁਰਗਤੀ ਵੀ ਹੁੰਦੀ ਹੈ। ਇਹੋ ਹੀ ਕਾਰਨ ਹੈ। ਗਿਆਨ ਹੋ ਗਿਆ ਇਕੱਲਾ, ਗਿਆਨ ਨੂੰ ਪ੍ਰੈਕਟੀਕਲ ਵੀ ਬਣਾਉਣਾ ਨਾ। ਸਤਸੰਗਤ ਸਭ ਤੋਂ ਉੱਤਮ ਹੈ, ਸਤਸੰਗਤ ਚੰਗੀ ਹੈ। ਹੌਲੀ ਹੌਲੀ ਜਦੋਂ ਦਵਾਈ ਖਾਵਾਂਗੇ, ਆਪਣੇ ਆਪ ਅੰਦਰ ਬਖਸ਼ਾਂ ਹੌਲੀ 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 ਕਿਰਪਾ ਹੋ ਜਾਏਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਗਿਆਨ ਹੋ ਜਾਂਦਾ ਨਾ, ਇਹ ਫਿਰ ਇਹਨਾਂ ਦੀ ਰੀਤੀ ਜਿਹੜੀ ਆ ਬੜੀ ਖੋਟੀ ਹੋ ਜਾਂਦੀ ਹੈ। ਜਿਨ੍ਹਾਂ ਨੂੰ ਹੰਕਾਰ ਬਹੁਤ ਜ਼ਿਆਦਾ ਹੈ ਗਿਆਨ ਦਾ, ਜਦੋਂ ਗਿਆਨ ਸੁਣਦੇ ਆ ਬਹਿ ਕੇ, ਤੇ ਹੋਰ ਜ਼ਿਆਦਾ ਗਿਆਨ ਵੱਧ ਜਾਂਦਾ ਹੈ। ਸਾਰਿਆਂ ਤੋਂ ਉੱਚੇ ਸੁੱਚੇ ਆਪਣੇ ਆਪ ਨੂੰ ਜਾਣਨ ਲੱਗ ਪੈਂਦੇ ਹਨ। ਫਿਰ ਉਹ ਬੜੇ ਪਖੰਡ ਕਰਦੇ ਆ, ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਹਨ। ਪ੍ਰੇਮਾ ਭਗਤੀ ਨੂੰ ਛੱਡ ਦਿੰਦੇ ਆ, ਨਿਮਰਤਾ ਨਹੀਂ ਧਾਰਨ ਕਰਦੇ, ਜਾਨੀ ਕਿ ਜੋੜੇ ਨਹੀਂ ਝਾੜਨੇ, ਬਰਤਨ ਨਹੀਂ ਮਾਂਜਣੇ, ਲੰਗਰਾਂ ਦੀ ਸੇਵਾ ਨਹੀਂ ਕਰਨੀ, ਕੀਰਤਨ ਨਹੀਂ ਸੁਣਨਾ ਬਹਿ ਕੇ ਪ੍ਰੇਮ ਦੇ ਨਾਲ, ਕਿ ਸਾਨੂੰ ਪਤਾ ਹੀ ਹੈ ਕੋਈ ਗੱਲ ਨਹੀਂ। ਇਸ ਵਾਸਤੇ ਮਾਰੇ ਕਹਿੰਦੇ ਉਹ ਪ੍ਰੇਮਾ ਭਗਤੀ ਨਹੀਂ ਧਾਰਨ ਕਰਦੇ। ਐਸੇ ਬਹੁਤ ਸਾਰੇ ਮਨੁੱਖ ਦੇਖੇ ਗਏ, ਬਹੁਤ ਸਾਰੇ ਮਨੁੱਖ ਜਿਹੜੇ ਇਸ ਤਰ੍ਹਾਂ ਗਿਆਨ ਨੂੰ ਫਿਰ ਘੋਟਦੇ ਆ। ਇੱਕ ਨੇ ਸ਼ਰਾਬ ਪੀਤੀ ਹੋਈ ਸੀ, ਤੇ ਮੈਂ ਕੁਦਰਤੀ ਬੈਠਾ, ਮੈਂ ਤੂੰ ਸ਼ਰਾਬ ਪੀਤੀ ਹੈ, ਸਿੱਖ ਨੂੰ ਤੇ ਸ਼ਰਾਬ ਪੀਣੀ ਮਨਾ। ਉਹ ਪਤਾ ਕੀ ਕਹਿੰਦਾ ਅੱਗੋਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਸ਼ਬਦ ਪੜ੍ਹਿਆ ਕਿ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ, ਕਿ ਉਹ ਪਰਮਾਤਮਾ ਹੀ ਅੰਦਰ ਛਕਣ ਵਾਲਾ ਹੈ ਸਾਰਾ ਕੁਛ, ਆਪੇ ਰਸੀਆ। ਬ੍ਰਹਮ ਗਿਆਨ ਦੀ ਨਿਗਾਹ ਵਿੱਚ ਇਹ ਗੱਲ ਸਹੀ ਹੈ, ਪਰ ਉਹ ਬ੍ਰਹਮ ਗਿਆਨੀ ਤੇ ਨਹੀਂ ਜਿਹੜਾ ਇਹ ਗੱਲ ਕਹਿ ਰਿਹਾ।
केवल गुरु की बाणी सुन के ही उन्हें पंक्तियां पढ़ के सुना दित्तियां ना कि गुरु ग्रंथ साहब जी तो कहते परमात्मा ही आपे सब कुछ करता। फिर जदों इहो जी मेरे वर्गे दे ज्ञान कथन करन वाले ते विपता पैंदी ना, फिर तां ही रोंदा उच्च उच्ची। तो उदण भी फिर ज्ञान च ही टिकना चाहिए है, क्योंकि परमात्मा ही सब कुछ करन कराउण वाला। फिर रोण दा हुण की मतलब। इहो ही गुरु नानक देव जी इत्थे गल समझा रहे, कहते ज्ञान तो हो गया, ज्ञान होर सुनिया, होर ज्ञान प्राप्त कर लिया, पर उन्हां दी रीति भाव मर्यादा घुटाली खोटी है। उन्हां दे चाल चलन, उन्हां दी जिंदगी जीउण दा ढंग खोटा है, तो उन्हां वास्ते ज्ञान दुखदाई हो जाएगा। वो ना प्रेमा भगती करनगे, ना वो किसी दे अगे झुकणगे कदी भी। ये छाती दा रोग होया पिया, ये बलगम रेशा होया है। ऐसा जिहड़ा मनुख है जम्मण मरण की पीड़ा पाएगा, बार बार जम्मेगा, मरेगा, फिर आवेगा जूना विच दुख भोगेगा। हुण ज्ञान दे नाल परलोक च भी दुख होना सी, इत्थे भी सहज विच रहना सी। हुण इत्थे भी नहीं रहा जांदा सही ढंग दे नाल, परलोक भी दुखदाई हो गया। महाराज कहंदे फिर तां भाई लोक परलोक दुखदाई हो गया। ਇਹ ਸੀ ਸਾਧ ਸੰਗਤ ਜੀ ਬਲਗਮ ਵਾਲੇ ਦਾ ਦੱਸਿਆ। ਜਿਵੇਂ ਬਲਗਮ ਵਾਲੇ ਨੂੰ ਘਿਓ ਮਾੜਾ, ਇਸੇ ਤਰ੍ਹਾਂ ਹੰਕਾਰੀ ਬੰਦੇ ਨੂੰ ਗਿਆਨ ਮਾੜਾ। ਤੇ ਹੁਣ ਦੱਸਦੇ ਨੇ ਪਿੱਤੀ ਭਾਵ ਜਿਹਦੇ ਅੰਦਰ ਗਰਮੀ ਪਈ ਹੋਈ ਹੈ। ਹੁਣ ਸਾਡੇ ਅੰਦਰ ਗਰਮੀ ਕੀ ਹੈ, ਪਿੱਤ ਕੀ ਹੈ? ਵਿਕਾਰੀ ਭਾਵ, ਲੋਭੀ, ਕਾਮੀ। ਜਿਹੜਾ ਕਾਮੀ ਤੇ ਲੋਭੀ ਸੁਭਾਅ ਹੋਣਾ ਨਾ, ਕ੍ਰੋਧੀ ਸੁਭਾਅ ਹੋਣਾ, ਇਹ ਪਿੱਤੀ ਸੁਭਾਅ ਹੈ, ਇਹ ਗਰਮੀ ਦਾ ਸੁਭਾਅ ਅੰਦਰ। ਮਾਰੇ ਕਹਿੰਦੇ ਵਿਸ਼ਿਆਂ ਦੀ ਵਾਸ਼ਨਾ ਹੈ ਜਿਹੜੀ, ਉਹ ਸੁਣ ਕੇ ਸ਼ੰਸੇ ਤੋਂ ਰਹਿਤ ਹੋ ਜਾਣਗੇ। ਜਿਵੇਂ ਮੈਂ ਆਪ ਜੀ ਨੂੰ ਦੱਸਿਆ, ਸ਼ਰਾਬ ਪੀਣ ਵਾਲੇ ਨੇ ਕਹਿ ਦਿੱਤਾ ਸਭ ਕੁਝ ਪਰਮਾਤਮਾ ਹੀ ਕਰਦਾ, ਇਹ ਨਹੀਂ। ਮਾਰੇ ਕਹਿੰਦੇ ਉਹ ਸ਼ੰਕੇ ਤੋਂ ਰਹਿਤ ਹੋ ਜਾਏਗਾ ਗਿਆਨ ਸੁਣ ਕੇ। ਤੇ ਉਹ ਵਿਸ਼ਿਆਂ ਦੇ ਵਿੱਚ ਫਸ ਕੇ, ਖਾਣ ਪੀਣ ਪਹਿਨਣ ਦੇ ਰਸਾਂ ਵਿੱਚ ਫਸ ਕੇ, ਤੇ ਓੜਕ ਨੂੰ ਅੰਤ ਨੂੰ ਉਹਨਾਂ ਨੂੰ ਨਰਕਾਂ ਵਿੱਚ ਹੀ ਵਾਸਾ ਮਿਲੇਗਾ। ਜਿਹੜੇ ਵਿਸ਼ਿਆਂ ਦੇ ਵਿੱਚ ਪ੍ਰਵਿਰਤ ਨਹੀਂ ਹਨ। ਵਾਹਿਗੁਰੂ ਵਿਸ਼ਿਆਨ ਵਿਖੇ ਪ੍ਰਵਿਰਤਨ ਹੋਈ, ਤੇ ਉਹ ਵਿਸ਼ਿਆਂ ਵਕਾਰਾਂ ਦੇ ਵਿੱਚ ਸ਼ਰਾਬ ਪੀਣੀ, ਮਾਸ ਖਾਣਾ, ਪਰਾਈਆਂ ਇਸਤਰੀਆਂ ਨਾਲ ਬੰਦਾ, ਬੀਬੀ ਪਰਾਇਆਂ ਬੰਦਿਆਂ ਦੇ ਨਾਲ ਵਿਭਚਾਰ ਕਰਨਗੇ, ਇਹ ਪ੍ਰਵਿਰਤ ਹੋ ਜਾਣਗੇ। ਅਤੀ ਸਾਰੇ ਖਰੋ ਦੁਖ ਹੋਈ, ਇਹ ਦੁੱਖ ਹੈ ਅਤੀਸਾਰ ਲੂਜ ਮੋਸ਼ਨ ਵਾਂਗੂ। ਜਿਵੇਂ ਘਿਓ ਖਾਣ ਵਾਲੇ ਨੂੰ, ਜਿਹਨੂੰ ਅੰਦਰ ਗਰਮੀ ਪਹਿਲਾਂ ਹੀ ਬੜੀ ਹੋਵੇ, ਘਿਓ ਖਾਣ ਕਰਕੇ ਲੂਜ ਮੋਸ਼ਨ ਹੋ ਜਾਂਦੇ ਨਾ, ਅੰਦਰ ਠਹਿਰਦਾ ਨਹੀਂ ਘਿਓ। ਇਸੇ ਤਰ੍ਹਾਂ ਗਿਆਨ ਅੰਦਰ ਟਿਕਦਾ ਨਹੀਂ, ਪ੍ਰੈਕਟੀਕਲ ਵਿੱਚ ਨਹੀਂ ਆਉਂਦਾ। ਫਿਰ ਉਹਦੀ ਭਗਤੀ, ਉਹਦਾ ਸਭ ਕੁਝ ਹੀ ਨਾਸ ਹੋਇਆ ਜਾਵੇਗਾ। ਇਸ ਵਾਸਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਮਿਸ਼ਰੀ ਪ੍ਰੇਮਾ ਭਗਤੀ ਭਾਵ ਸੰਗਤ ਕਰਨੀ, ਸਤਸੰਗਤ ਕਥਾ ਕੀਰਤਨ ਕਰਨਾ, ਪ੍ਰੇਮ ਨਾਲ ਸੁਣਨਾ, ਬੈਠ ਕੇ ਕੀਰਤਨ ਸੁਣਨਾ, ਜੋੜੇ ਝਾੜਨੇ, ਲੰਗਰਾਂ ਦੀ ਸੇਵਾ ਕਰਨੀ, ਸੰਗਤ ਦੀ ਸੇਵਾ ਕਰਨੀ, ਇਹ ਮਿਸ਼ਰੀ ਹੈ। ਉਹਨਾਂ ਨੂੰ ਆਤਮਿਕ ਗਿਆਨ ਹੋਵੇਗਾ, ਉਹ ਜਿਨ੍ਹਾਂ ਦੀ ਮਤ ਪਵਿੱਤਰ ਹੋ ਗਈ ਇਸ ਤਰ੍ਹਾਂ ਸੰਗਤ ਦੀ ਸੇਵਾ ਕਰਕੇ। ਫਿਰ ਜਿਹੜਾ ਹਿਰਦਾ ਹੈ ਉਹ ਨਿਸ਼ਚੈ ਵਾਚਕ ਹੀ ਗਿਆਨ ਨੂੰ ਧਾਰਨ ਕਰੇਗਾ, ਤੇ ਬਾਹਰ ਵੀ ਉਹ ਭਾਵ ਭਗਤੀ ਭਾਵ ਚੰਗਾ, ਨਿਮਰਤਾ, ਸ਼ਰਧਾ, ਪ੍ਰੇਮ ਭਾਵਨਾ ਵਾਲਾ ਉਹਦਾ ਸੁਭਾਅ ਹੋਵੇਗਾ। ਭਾਈ ਉਹਨਾਂ ਨੂੰ ਕੋਈ ਵੀ ਪਰਲੋਕ ਦਾ ਦੁੱਖ ਨਹੀਂ ਲੱਗੇਗਾ, ਤੇ ਉਹਨੂੰ ਪਰਮ ਪਦਵੀ ਅੰਦਰ ਆਤਮਿਕ ਅਵਸਥਾ ਉੱਚੀ ਮਿਲੇਗੀ, ਤੇ ਉਹਨੂੰ ਹੀ ਆਤਮਿਕ ਉਪਦੇਸ਼ ਜਿਹੜਾ ਹੈ ਹਿਰਦੇ ਵਿੱਚ ਪ੍ਰਾਪਤ ਹੋਵੇਗਾ, ਅੰਦਰ ਦਾ ਸੁੱਖ ਮਿਲ ਜਾਵੇਗਾ, ਅੰਦਰ ਪਰਮ ਪਦਵੀ ਬ੍ਰਹਮ ਗਿਆਨ ਦੇ ਵਿੱਚ ਟਿਕ ਜਾਵੇਗਾ। ਇਹ ਜਿਹੜਾ ਸਿਧਾਂਤ ਹੈ ਸਾਰਿਆਂ ਤੋਂ ਹੀ ਚੰਗਾ ਹੈ, ਤੇ ਇਸ ਤਰੀਕੇ ਨਾਲ ਜਗਤ ਦੇ ਵਿੱਚੋਂ ਜੀਵਾਂ ਦਾ, ਉਹ ਬ੍ਰਹਮ ਗਿਆਨੀ ਦਾ ਵੀ ਤੇ ਉਹਦੀ ਸੰਗਤ ਕਰਨ ਵਾਲੇ ਦਾ ਵੀ ਉਧਾਰ ਹੋਵੇਗਾ।
ਕਲਯੁਗ ਦੇ ਵਿੱਚ ਹੋਰ ਕੋਈ ਵੀ ਯਤਨ ਨਹੀਂ ਹੈ। ਪ੍ਰੇਮਾ ਭਗਤੀ, ਪ੍ਰੇਮ ਨਾਲ ਗਿਆਨ ਕਮਾਉਣ ਕਰਕੇ, ਪ੍ਰੇਮਾ ਭਗਤੀ ਕਰਨ ਕਰਕੇ ਕੇਵਲ ਬ੍ਰਹਮ ਗਿਆਨ ਦੀ ਪ੍ਰਾਪਤੀ, ਕੇਵਲ ਮੁਕਤੀ ਦੀ ਪ੍ਰਾਪਤੀ। ਸੂਰਜ ਕਿਰਨ ਮਿਲੇ, ਜਲ ਕਾਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਇਹ ਆਤਮਿਕ ਅਵਸਥਾ ਪ੍ਰਾਪਤ ਹੋਵੇਗੀ ਤੇ ਉਹਨੂੰ ਮਿਲੇਗੀ ਜਿਹੜਾ ਮਨੁੱਖ ਚਾਹਵੇਗਾ ਸੇਵਾ ਕਰਕੇ। ਤੇ ਉਹ